Hello students, I'm Sukhwinder Kaur from Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਇੰਟਰਨਲ ਤੇ ਇੰਟਰਨੈਸ਼ਨਲ ਟ੍ਰੇਡ ਕੰਪੈਰੀਜ਼ਨ ਟੌਪਿਕ ਕਰਨ ਜਾ ਰਹੇ ਹਾਂ। ਇੰਟਰਨਲ ਟ੍ਰੇਡ ਆਪਾਂ ਕਰ ਲਿਆ ਸੀ ਜੋ ਦੇਸ਼ ਦੀਆਂ ਬਾਉਂਡਰੀਜ਼ ਦੇ ਵਿੱਚ ਦੋ ਸਟੇਟਸ ਲਾਈਕ ਪੰਜਾਬ ਹਰਿਆਣਾ, ਪੰਜਾਬ ਹਿਮਾਚਲ, ਦਿੱਲੀ, ਹਰਿਆਣਾ ਇਹਨਾਂ ਦੇ ਵਿੱਚ ਹੁੰਦਾ ਪਿਆ। ਐਂਡ ਇੰਟਰਨੈਸ਼ਨਲ ਟ੍ਰੇਡ ਜੋ ਦੇਸ਼ ਦੀਆਂ ਬਾਉਂਡਰੀਜ਼ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਨਾਲ ਹੁੰਦਾ ਪਿਆ, ਜੋ ਦੇਸ਼ਾਂ ਦੇ ਵਿਚਕਾਰ ਜਦੋਂ ਇੰਪੋਰਟ ਐਕਸਪੋਰਟ ਹੁੰਦਾ ਪਿਆ। ਇੰਪੋਰਟ ਜੋ ਪ੍ਰੋਡਕਟ ਅਸੀਂ ਫੋਰਨ ਕੰਟਰੀ ਤੋਂ ਮੰਗਵਾਉਂਦੇ ਹਾਂ, ਐਕਸਪੋਰਟ ਜੋ ਅਸੀਂ ਕਿਸੇ ਨੂੰ ਭੇਜਦੇ ਹਾਂ। ਅਤੇ ਹੁਣ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਜਿਹੜਾ ਕੰਪੈਰੀਜ਼ਨ ਆ ਉਹ ਕਰਨ ਜਾ ਰਹੇ ਹਾਂ ਆਪਾਂ। ਜਦੋਂ ਵੀ ਇੰਟਰਨਲ ਅਤੇ ਇੰਟਰਨਲ ਟ੍ਰੇਡ ਜੋ ਡੋਮੈਸਟਿਕ ਟ੍ਰੇਡ ਵੀ ਕਹਿੰਦੇ ਆ, ਜਿਸ ਨੂੰ ਆਪਾਂ ਜੋ ਦੇਸ਼ ਦੀਆਂ ਬਾਉਂਡਰੀਜ਼ ਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਵਿਚਕਾਰ ਹੁੰਦਾ। ਐਂਡ ਇੰਟਰਨੈਸ਼ਨਲ ਟ੍ਰੇਡ ਜੋ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਹੁੰਦਾ। ਇਹਨਾਂ ਦਾ ਕੰਪੈਰੀਜ਼ਨ ਜਦੋਂ ਅਸੀਂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿਸੇ ਵਿੱਚ ਦਾ। ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਦਾ ਵੀ, ਸਭ ਤੋਂ ਪਹਿਲਾਂ ਉਹਨਾਂ ਦੀਆਂ ਸਿਮਲੈਰਿਟੀਜ਼, ਉਸ ਤੋਂ ਬਾਅਦ ਡਿਸਸਿਮਲੈਰਿਟੀਜ਼। ਕੰਪੈਰੀਜ਼ਨ ਦੇ ਵਿੱਚ ਸਿਮਲੈਰਿਟੀਜ਼ ਅਤੇ ਡਿਸਸਿਮਲੈਰਿਟੀਜ਼ ਦੋਨੋਂ ਕੀਤੀਆਂ ਜਾਂਦੀਆਂ। ਸਭ ਤੋਂ ਪਹਿਲਾਂ ਸਿਮਲੈਰਿਟੀਜ਼, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਇੰਟਰਨੈਸ਼ਨਲ ਟ੍ਰੇਡ ਆ ਜਿਹੜਾ ਕਦੋਂ ਹੁੰਦਾ, ਜਦੋਂ ਸਪੈਸ਼ਲਾਈਜੇਸ਼ਨ ਹੁੰਦੀ। ਟ੍ਰੇਡ ਕਦੀ ਵੀ ਕੋਈ ਵੀ ਕਦੋਂ ਹੁੰਦਾ ਜਦੋਂ ਅਸੀਂ ਕਿਸੇ ਚੀਜ਼ 'ਚ ਸਪੈਸ਼ਲਾਈਜੇਸ਼ਨ ਪ੍ਰਾਪਤ ਕਰ ਲੈਂਦੇ ਹਾਂ। ਦੈਨ ਸਾਡੀ ਉੱਥੇ ਕੋਸਟ ਆਫ ਪ੍ਰੋਡਕਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ। ਦੈਨ ਉਸ ਕੇਸ ਦੇ ਵਿੱਚ ਅਸੀਂ ਜਿਹੜਾ ਉਹ ਪ੍ਰੋਡਕਟ ਦੂਸਰੇ ਦੇਸ਼ਾਂ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਨਾਂ ਤੋਂ ਉਹ ਪ੍ਰੋਡਕਟ ਖਰੀਦਣਾ ਸ਼ੁਰੂ ਕਰ ਲੈਂਦੇ ਜਿੱਥੇ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ। ਇਸ ਲਈ ਇਹ ਦੋਨੋਂ ਹੀ ਕੇਸਿਸ ਦੇ ਵਿੱਚ, ਚਾਹੇ ਸਟੇਟਸ ਦੇ ਵਿਚਕਾਰ ਟ੍ਰੇਡ ਹੁੰਦਾ ਹੋਵੇ, ਚਾਹੇ ਦੇਸ਼ਾਂ ਦੇ ਵਿਚਕਾਰ, ਮੀਨਸ ਚਾਹੇ ਇੰਟਰਨੈਸ਼ਨਲ ਟ੍ਰੇਡ ਹੋਵੇ, ਚਾਹੇ ਇੰਟਰਨਲ ਟ੍ਰੇਡ ਹੋਵੇ, ਅੰਦਰੂਨੀ ਵਪਾਰ ਹੋਵੇ, ਚਾਹੇ ਬਾਹਰੀ ਵਪਾਰ ਹੋਵੇ, ਅੰਤਰਰਾਸ਼ਟਰੀ ਵਪਾਰ ਹੋਵੇ, ਦੋਨੋਂ ਕੇਸਿਸ ਦੇ ਵਿੱਚ ਜਿਹੜਾ ਬੇਸ ਆ ਉਹ ਸਪੈਸ਼ਲਾਈਜੇਸ਼ਨ ਜਿਹੜੀ ਵਿਸ਼ਿਸ਼ਟੀਕਰਨ ਹੀ ਹੁੰਦਾ। ਦੂਸਰਾ ਕੋਸਟ, ਦੋਨੋਂ ਤਰ੍ਹਾਂ ਦੇ ਵਪਾਰ ਆ ਜਿਹੜੇ ਉਦੋਂ ਕੀਤੇ ਜਾਂਦੇ ਆ ਜਦੋਂ ਇੱਕ ਥਾਂ 'ਤੇ ਇੱਕ ਚੀਜ਼ ਦੀ ਪ੍ਰੋਡਕਸ਼ਨ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਘੱਟ ਆਉਂਦੀ ਹੈ ਅਤੇ ਦੂਸਰੀ ਥਾਂ 'ਤੇ ਜ਼ਿਆਦਾ ਆਉਂਦੀ ਹੈ। ਅਤੇ ਬਿਨਾਂ ਸ਼ੱਕ ਉਹ ਜਿੱਥੇ ਕੋਸਟ ਆਫ ਪ੍ਰੋਡਕਸ਼ਨ ਘੱਟ ਆਉਂਦੀ ਆ ਉੱਥੋਂ ਦੂਜੀ ਜਗ੍ਹਾ 'ਤੇ ਉਹ ਪ੍ਰੋਡਕਟ ਭੇਜਿਆ ਜਾਂਦਾ ਅਤੇ ਉਹਨਾਂ ਦੇ ਜਿਹੜੀ ਦੂਸਰੀ ਜਗ੍ਹਾ ਦਾ ਪ੍ਰੋਡਕਟ ਜਿਹੜਾ ਜਿਹਦੀ ਕੋਸਟ ਘੱਟ ਆਉਂਦੀ ਪਈ ਆ ਉਹ ਖਰੀਦਿਆ ਜਾਂਦਾ। ਦੈਨ ਐਕਸਚੇਂਜ, ਦੋਨਾਂ ਤਰ੍ਹਾਂ ਦੇ ਵਪਾਰਾਂ ਦੇ ਵਿੱਚ ਵਟਾਂਦਰਾ ਹੀ ਹੁੰਦਾ, ਐਕਸਚੇਂਜ ਹੀ ਹੁੰਦੀ ਆ। ਇੱਕ ਥਾਂ ਤੋਂ ਦੂਸਰੀ ਥਾਂ 'ਤੇ ਭੇਜਿਆ ਜਾਂਦਾ ਹੈ ਅਤੇ ਇੰਪੋਰਟ ਅਤੇ ਐਕਸਪੋਰਟ ਦੋਨੇ ਕੀਤੇ ਜਾਂਦੇ ਆ। ਇਸ ਲਈ ਦੋਨੋਂ ਦੇ ਵਿੱਚ ਐਕਸਚੇਂਜ ਜਿਹੜੀ ਲੈਣ ਦੇਣੀ ਹੁੰਦਾ। ਦੈਨ ਪ੍ਰੋਫਿਟ, ਦੋਨਾਂ ਵਪਾਰ ਚਾਹੇ ਉਹ ਇੰਟਰਨਲ ਵਪਾਰ ਹੋਵੇ ਚਾਹੇ ਐਕਸਟਰਨਲ ਵਪਾਰ ਹੋਵੇ, ਮਤਲਬ ਇੰਟਰਨੈਸ਼ਨਲ ਵਪਾਰ ਹੋਵੇ, ਦੋਨਾਂ ਦਾ ਜਿਹੜਾ ਮੇਨ ਉਦੇਸ਼ ਆ ਉਹ ਪ੍ਰੋਫਿਟ ਕਮਾਉਣਾ ਹੀ ਹੁੰਦਾ। ਮਿਊਚੁਅਲ ਕੋਆਪਰੇਸ਼ਨ, ਫਿਰ ਇਹ ਵੀ ਹੈ ਕਿ ਆਪਸੀ ਸਹਿਯੋਗ ਵੱਧਦਾ। ਜੇ ਅਸੀਂ ਰਾਜਾਂ ਦੇ ਵਿੱਚ ਕਾਰਜ ਕਰਾਂਗੇ ਤਾਂ ਉੱਥੇ ਆਪਸੀ ਸਹਿਯੋਗ ਵਧੇਗਾ। ਜੇ ਅਸੀਂ ਫੋਰਨ ਕੰਟਰੀਜ਼ ਦੇ ਨਾਲ ਕਰਦੇ ਹਾਂ ਤਾਂ ਉੱਥੇ ਆਪਸੀ ਸਹਿਯੋਗ ਵੱਧਦਾ, ਜਿਹੜਾ ਇਸ ਬਾਅਦ ਵਿੱਚ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਹਾਇਤਾ ਜਿਹੜਾ ਪ੍ਰਦਾਨ ਕਰਦਾ। ਵਲੰਟਰੀ ਟ੍ਰਾਂਜੈਕਸ਼ਨਸ, ਇਹ ਜਿਹੜੇ ਸੌਦੇ ਆ ਸਾਡੀ ਇੱਛਾ 'ਤੇ ਨਿਰਭਰ ਕਰਦੇ ਆ। ਕਿਸੇ ਦੇਸ਼ ਦੀ ਸਰਕਾਰ ਵਪਾਰ ਸੀਮਤ ਕਰ ਸਕਦੀ ਆ ਜਾਂ ਉਸ 'ਤੇ ਰੋਕ ਲਗਾ ਸਕਦੀ ਆ, ਲੇਕਿਨ ਕਿਸੇ ਦੇਸ਼ ਦੇ ਲੋਕਾਂ ਨੂੰ ਕਿਸੇ ਵਸਤੂ ਵਿਸ਼ੇਸ਼ ਨੂੰ ਖਰੀਦਣ ਅਤੇ ਵੇਚਣ ਲਈ ਮਜਬੂਰ ਨਹੀਂ ਕਰ ਸਕਦੀ। ਇਹ ਤਾਂ ਜ਼ਰੂਰ ਸਕਦਾ ਕਿ ਇਹ ਕਰ ਦਿੱਤਾ ਜਾਵੇ ਕਿ ਸਰਕਾਰ ਦੁਆਰਾ ਕਿ ਇੰਟਰਨੈਸ਼ਨਲ ਟ੍ਰੇਡ ਇਸ ਪਰਟੀਕੂਲਰ ਕੰਟਰੀ ਨਾਲ ਨਹੀਂ ਹੋਏਗਾ, ਪਰ ਫਿਰ ਵੀ ਉਹ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਇਹ ਚੀਜ਼ ਜ਼ਰੂਰ ਖਰੀਦੋਗੇ। ਅਤੇ ਉਸ ਤੋਂ ਬਾਅਦ ਕੰਜ਼ਿਊਮਰ ਸਵਰਨਟੀ ਹੈ ਜੀ, ਉਪਭੋਗਤਾ ਦੀ ਜਿਹੜੀ ਪ੍ਰਭੂ ਸੱਤਾ ਉਹ ਬਣੀ ਰਹਿੰਦੀ ਹੈ। ਇਹਦੇ ਵਿੱਚ ਉਪਭੋਗਤਾ ਨੂੰ ਜਿਹੜੀ ਚੀਜ਼ ਜਿੱਥੋਂ ਪਸੰਦ ਆਉਂਦੀ ਹੈ, ਚਾਹੇ ਉਹ ਦੇਸ਼ ਦੇ ਅੰਦਰੋਂ ਹੋਵੇ, ਅੰਦਰੂਨੀ ਵਪਾਰ ਦੀ ਸਹਾਇਤਾ ਦੇ ਨਾਲ ਉਹ ਪ੍ਰਾਪਤ ਕਰੇ, ਜਾਂ ਬਾਹਰੋਂ ਹੋਵੇ ਅਤੇ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਨਾਲ ਉਹ ਪ੍ਰਾਪਤ ਕਰ ਸਕਦਾ। ਅਤੇ ਅੰਤਰਰਾਸ਼ਟਰੀ ਵਪਾਰ ਅਤੇ ਇੰਟਰਨਲ ਵਪਾਰ ਜਿਹੜਾ ਅੰਦਰੂਨੀ ਵਪਾਰ ਆ, ਇਹ ਬਸ ਇੱਕ ਰੂਪ ਹੀ ਅਲੱਗ-ਅਲੱਗ ਆ ਕਿ ਇੱਕ ਦੇਸ਼ ਦੇ ਅੰਦਰ ਹੁੰਦਾ ਪਿਆ, ਇੱਕ ਦੇਸ਼ ਦੀਆਂ ਬਾਉਂਡਰੀਜ਼ ਤੋਂ ਬਾਹਰ ਹੁੰਦਾ ਪਿਆ। ਅਦਰਵਾਈਜ਼ ਦੋਨਾਂ ਦੀਆਂ ਕਾਫੀ ਹੱਦ ਤੱਕ ਦੋਨੋਂ ਜਿਹੜੇ ਆ ਉਹ ਸਿਮਿਲਰ ਹੈਗੇ ਆ, ਸਮਾਨ ਹੈਗੇ ਆ। ਉਸ ਤੋਂ ਬਾਅਦ ਡਿਫਰੈਂਸਿਸ ਕੀ ਆ ਦੋਨਾਂ ਵਪਾਰਾਂ ਦੇ ਵਿੱਚ? ਸਭ ਤੋਂ ਵੱਡਾ ਜਿਹੜਾ ਡਿਫਰੈਂਸ ਆ, ਇਮੋਬਿਲਿਟੀ ਆਫ ਦੀ ਫੈਕਟਰਸ ਆਫ ਪ੍ਰੋਡਕਸ਼ਨ। ਇੱਕ ਚੀਜ਼ ਇੱਕ ਜਗ੍ਹਾ 'ਤੇ ਸਸਤੀ ਬਣਦੀ ਪਈ ਹੈ, ਇਸ ਲਈ ਆਪਾਂ ਉੱਥੋਂ ਖਰੀਦਦੇ ਪਏ ਹਾਂ। ਪਰ ਇਹਦੇ ਵਿੱਚ ਦੂਸਰਾ ਇਹ ਵੀ ਹੈ ਕਿ ਇਮੋਬਿਲਿਟੀ ਹੁੰਦੀ ਆ ਕਿ ਲੋਕ ਜਿਹੜੇ ਮਜ਼ਦੂਰ ਆ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਥਾਂ ਜਾਣਾ ਨਹੀਂ ਚਾਹੁੰਦੇ, ਇਸ ਲਈ ਉਹ ਚੀਜ਼ ਉੱਥੇ ਨਹੀਂ ਬਣ ਸਕਦੀ। ਇਸੇ ਤਰ੍ਹਾਂ ਦੂਜੇ ਦੇਸ਼ 'ਚ ਜਦੋਂ ਨਹੀਂ ਜਾਣਗੇ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਆਪਣੀ ਲੈਂਗੁਏਜ ਦੀ ਪ੍ਰੋਬਲਮ ਆਏਗੀ, ਉਹਨਾਂ ਨੂੰ ਰਹਿਣ ਦੀ ਪ੍ਰੋਬਲਮ ਆਏਗੀ। ਇੱਕ ਆਦਮੀ ਦੇਸ਼ ਵਿੱਚ ਸੇਮ ਇਸੇ ਤਰ੍ਹਾਂ ਜਦੋਂ ਕੈਪੀਟਲ ਲੱਗਦੀ ਹੈ, ਪੂੰਜੀ ਲੱਗਦੀ ਹੈ, ਕੋਈ ਮਸ਼ੀਨਰੀ ਲੱਗਦੀ ਹੈ, ਤਾਂ ਇੱਕ ਵਿਅਕਤੀ ਦੂਸਰੇ ਦੇਸ਼ ਜਾ ਕੇ ਮਸ਼ੀਨਰੀ ਲਗਾਉਣ ਤੋਂ ਵੀ ਡਰਦਾ। ਇਸ ਲਈ ਜਿਹੜਾ ਪ੍ਰੋਡਕਟ ਇੱਕ ਕੰਟਰੀ 'ਚ ਬਣਦਾ ਪਿਆ ਉਹ ਇੱਕੋ ਕੰਟਰੀ 'ਚ ਬਣਦਾ ਪਿਆ, ਉਹ ਦੂਸਰੀ ਕੰਟਰੀ ਉਹਨੂੰ ਇੰਪੋਰਟ ਕਰਦੀ ਪਈ ਆ। ਪਰ ਇੰਟਰਨਲ ਟ੍ਰੇਡ 'ਚ ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਚਾਹੀਏ ਤਾਂ ਆਪਾਂ ਲੇਬਰ ਨੂੰ ਵੀ ਆਪਣੇ ਮੂਵ ਕਰ ਸਕਦੀ ਹੈ ਸਾਡੀ, ਅਤੇ ਜੇ ਆਪਾਂ ਚਾਹੀਏ ਤਾਂ ਸਾਡੇ ਜਿਹੜੇ ਕੈਪੀਟਲ ਆ ਉਹ ਵੀ ਮੂਵ ਕਰ ਸਕਦੀ ਹੈ। ਉਤਪਾਦਨ ਹਾਲਤਾਂ ਵਿੱਚ ਭਿੰਨਤਾ, ਫਿਰ ਇਹ ਵੀ ਕਈ ਵਾਰ ਹੁੰਦਾ ਕਿ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਕਿ ਕਈ ਵਾਰ ਕੁਛ ਪ੍ਰੋਡਕਟ ਨੈਚੁਰਲੀ ਆ ਕਿ ਉੱਥੇ ਹੋ ਸਕਦੇ ਆ। ਲਾਈਕ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਉਹ ਇੰਡੀਆ ਦੇ ਵਿੱਚ ਹੁੰਦੇ ਹੀ ਨਹੀਂ ਆ,
ਬਹੁਤ ਸਾਰੇ ਪ੍ਰੋਡਕਟ ਆ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਹੁੰਦੇ ਨਹੀਂ ਆ, ਕਿਉਂਕਿ ਉੱਥੇ ਦੀ ਨੇਚਰ, ਉੱਥੇ ਦੀ ਐਟਮੋਸਫੇਅਰ ਉਹਨਾਂ ਦਾ ਫੇਵਰ ਨਹੀਂ ਕਰਦੀ। ਅਤੇ ਉਹ ਪ੍ਰੋਡਕਟ ਪਰ ਆਪਣੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਉਸ ਤੋਂ ਬਾਅਦ ਡਿਫਰੈਂਟ ਕਰੰਸੀਜ਼ ਠੀਕ ਇਸੇ ਤਰ੍ਹਾਂ ਜਿਹੜਾ ਇੰਟਰਨਲ ਟਰੇਡ ਆ ਆਪਣੀ ਕਰੰਸੀ ਦੇ ਵਿੱਚ ਹੀ ਹੁੰਦਾ, ਪਰ ਇੰਟਰਨੈਸ਼ਨਲ ਟਰੇਡ ਤਾਂ ਅਲੱਗ-ਅਲੱਗ ਕਰੰਸੀਜ਼ ਦੇ ਵਿਚਕਾਰ ਹੋਏਗਾ, ਕਰੰਸੀਜ਼ ਦਾ ਡਿਫਰੈਂਸ ਹੋਏਗਾ। ਡਿਫਰੈਂਟ ਮਾਰਕੀਟ ਕੰਡੀਸ਼ਨਸ, ਮਾਰਕੀਟ ਦੀਆਂ ਕੰਡੀਸ਼ਨਸ ਜਿਹੜੀਆਂ ਆਪਾਂ ਜਿਸ ਤਰ੍ਹਾਂ ਕੀਤੀਆਂ ਸੀ, ਪਰਫੈਕਟ ਕੰਪੀਟੀਸ਼ਨ, ਮੋਨੋਪੋਲਿਸਟਿਕ ਕੰਪੀਟੀਸ਼ਨ, ਓਲੀਗੋਪੋਲੀ, ਡਿਊਪੋਲੀ। ਪਰ ਆਪਣੀ ਕੰਟਰੀ 'ਚ ਤਾਂ ਇੱਕੋ ਤਰ੍ਹਾਂ ਦਾ ਕੰਪੀਟੀਸ਼ਨ ਪਾਇਆ ਜਾਂਦਾ, ਪਰ ਜਦੋਂ ਅਸੀਂ ਫੋਰਨ ਕੰਟਰੀ ਜਾਂਦੇ ਹਾਂ ਤਾਂ ਆਪਾਂ ਕੀਤਾ ਹੀ ਸੀ। ਸੈਕਿੰਡ ਸਮੈਸਟਰ ਦੇ ਵਿੱਚ ਫਸਟ ਸਮੈਸਟਰ ਦੇ ਵਿੱਚ ਹੀ ਮਾਈਕਰੋ ਇਕਨੋਮਿਕਸ ਜਦੋਂ ਅਸੀਂ ਪੜ੍ਹੀ ਹੈ, ਉੱਥੇ ਆਪਾਂ ਕੀਤਾ ਹੀ ਸੀ ਕਿ ਜਿਹੜਾ ਕਈ ਪ੍ਰੋਡਕਟਸ ਇਸ ਤਰ੍ਹਾਂ ਦੇ ਹੁੰਦੇ ਆ ਕਿ ਆਪਣੀ ਕੰਟਰੀ ਦੇ ਵਿੱਚ ਤੁਹਾਡੀ ਮੋਨੋਪੋਲੀ ਹੁੰਦੀ ਆ, ਪਰ ਜਦੋਂ ਤੁਸੀਂ ਦੂਸਰੀ ਕੰਟਰੀ 'ਚ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜਾ ਕੰਪੀਟ ਕਰਨਾ ਪੈਂਦਾ, ਪਰ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਡਕਟ ਹੈ ਜਿਹੜਾ ਉਹ ਵੇਚਣਾ ਪੈਂਦਾ। ਡਿਫਰੈਂਸ ਇਨ ਨੈਚੁਰਲ ਰਿਸੋਰਸਡ ਐਂਡ ਜੋਗ੍ਰਾਫੀਕਲ ਕੰਡੀਸ਼ਨਸ ਫਿਰ ਉਹੀ ਕਿ ਲਾਈਕ ਅਬਰਕ, ਮੈਗਜ਼ੀਨ, ਲੋਹੇ ਆ ਜਿਹੜੇ ਇਹ ਕਾਫੀ ਮਾਤਰਾ 'ਚ ਕੁਵੈਤ ਅਤੇ ਇਰਾਕ ਦੇ ਭਾਰਤ ਦੇ ਵਿੱਚ ਪਾਏ ਜਾਂਦੇ ਆ। ਕੁਵੈਤ ਅਤੇ ਇਰਾਕ ਦੇ ਵਿੱਚ ਤੇਲ ਦੇ ਖੂਹ ਪਾਏ ਜਾਂਦੇ ਆ। ਇਹ ਇਸ ਤਰ੍ਹਾਂ ਆ ਕਿ ਇਹ ਤੁਸੀਂ ਆਪਣੀ ਕੰਟਰੀ 'ਚ ਤਾਂ ਪ੍ਰੋਡਿਊਸ ਨਹੀਂ ਕਰ ਸਕਦੇ, ਇਹ ਸਾਨੂੰ ਇੰਪੋਰਟ ਜਾਂ ਐਕਸਪੋਰਟ ਹੀ ਕਰਨੇ ਪੈਣਗੇ। ਇੰਪੋਰਟ ਐਂਡ ਐਕਸਪੋਰਟ ਰੈਸਟ੍ਰਿਕਸ਼ਨਸ ਫਿਰ ਆਪਣੇ ਦੇਸ਼ 'ਚ ਜਦੋਂ ਇੰਟਰਨਲ ਟਰੇਡ ਹੁੰਦਾ ਇਹ ਵਾਲੀਆਂ ਪ੍ਰੋਬਲਮਸ ਨਹੀਂ ਆਉਂਦੀਆਂ, ਪਰ ਜਦੋਂ ਅਸੀਂ ਫੋਰਨ ਕੰਟਰੀ ਜਾਂਦੇ ਹਾਂ ਉੱਥੇ ਇੰਪੋਰਟ ਡਿਊਟੀ ਵੀ ਲੱਗਦੀ ਆ, ਉੱਥੇ ਐਕਸਪੋਰਟ ਡਿਊਟੀ ਵੀ ਲੱਗਦੀ ਹੈ, ਉੱਥੇ ਟੈਰਿਫਸ ਜਿਹੜੇ ਆ ਉਹ ਵੀ ਤੁਹਾਨੂੰ ਪੇ ਕਰਨੇ ਪੈਂਦੇ ਆ। ਡਿਫਰੈਂਸ ਇਨ ਮੋਬਿਲਿਟੀ ਆਫ ਗੁਡਸ, ਆਪਣੀ ਕੰਟਰੀ ਦੇ ਵਿੱਚ ਤਾਂ ਤੁਸੀਂ ਪ੍ਰੋਡਕਟਸ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਆਸਾਨੀ ਨਾਲ ਭੇਜ ਦੋਗੇ ਰੇਲਾਂ ਰਾਹੀਂ, ਸੜਕਾਂ ਰਾਹੀਂ, ਪਰ ਫੋਰਨ ਕੰਟਰੀਜ਼ ਤੋਂ ਜਦੋਂ ਤੁਸੀਂ ਪ੍ਰੋਡਕਟ ਆਪਣੀ ਕੰਟਰੀ ਦੇ ਵਿੱਚ ਇੱਧਰ ਮੰਗਵਾਉਣੇ ਆ ਤਾਂ ਤੁਹਾਨੂੰ ਵਿਸ਼ੇਸ਼ ਰੂਪ ਦੇ ਵਿੱਚ ਸਮੁੰਦਰੀ ਰਸਤਿਆਂ ਦੀ ਜਾਂ ਹਵਾਈ ਰਸਤਿਆਂ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਏਗੀ। ਉਸ ਤੋਂ ਬਾਅਦ ਇੰਟਰਨੈਸ਼ਨਲ ਔਰਗਨਾਈਜੇਸ਼ਨਸ, ਜਦੋਂ ਤੁਸੀਂ ਫੋਰਨ ਕੰਟਰੀਜ਼ ਦੇ ਨਾਲ ਡੀਲ ਕਰਦੇ ਹੋ ਤਾਂ ਉੱਥੇ ਬਹੁਤ ਸਾਰੀਆਂ ਪੋਲੀਟੀਕਲ, ਸੋਸ਼ਲ, ਇਕਨੋਮਿਕ ਜਿਹੜੀਆਂ ਪ੍ਰੋਬਲਮਸ ਆਉਣਗੀਆਂ। ਯੂਰਪੀਅਨ ਯੂਨੀਅਨ, IMF, ਬਹੁਤ ਸਾਰੀਆਂ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਆ ਜਿਨ੍ਹਾਂ ਦੇ ਅਕੋਰਡਿੰਗ ਫਿਰ ਤੁਹਾਨੂੰ ਕੰਮ ਕਰਨਾ ਪਏਗਾ। ਉਸ ਤੋਂ ਬਾਅਦ ਇਕਨੋਮਿਕ ਨੈਸ਼ਨਲਿਜ਼ਮ, ਫਿਰ ਇਹ ਵੀ ਹੁੰਦਾ ਕਿ ਆਪਣੇ ਦੇਸ਼ 'ਚ ਤਾਂ ਸਵਦੇਸ਼ੀ ਦੀ ਭਾਵਨਾ ਹੁੰਦੀ ਆ, ਪਰ ਜਦੋਂ ਤੁਸੀਂ ਇੰਟਰਨੈਸ਼ਨਲ ਟਰੇਡ ਦੇ ਵਿੱਚ ਕਰਦੇ ਹੋ, ਇੰਟਰਨੈਸ਼ਨਲ ਟਰੇਡ 'ਚ ਜਾਂਦੇ ਹੋ, ਸਵਦੇਸ਼ੀ ਦੀ ਭਾਵਨਾ ਤਾਂ ਖਤਮ ਹੋ ਜਾਂਦੀ ਹੈ ਅਤੇ ਕਈ ਵਾਰ ਦੂਜੇ ਦੇਸ਼ਾਂ ਨੂੰ ਇਸ ਸਵਦੇਸ਼ੀ ਦੀ ਭਾਵਨਾ ਦੇ ਕਰਕੇ ਹਾਨੀ ਵੀ ਹੁੰਦੀ ਆ। ਉਸ ਤੋਂ ਬਾਅਦ ਸਪੈਸੀਫਿਕ ਪ੍ਰੋਬਲਮਸ, ਫਿਰ ਇੰਟਰਨੈਸ਼ਨਲ ਫੋਰਨ ਕਰੰਸੀ ਦੀ ਪ੍ਰੋਬਲਮ ਆ ਜਾਂਦੀ ਆ। ਉਸ ਤੋਂ ਬਾਅਦ ਵਪਾਰ ਦੀਆਂ ਕੰਡੀਸ਼ਨਸ ਦੀ ਜਿਹੜੀ ਕਾਫੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਇੰਟਰਨੈਸ਼ਨਲ ਟਰੇਡ 'ਚ ਆਉਂਦੀਆਂ। ਉਸ ਤੋਂ ਬਾਅਦ ਡਿਫਰੈਂਸ ਇਨ ਲੈਂਗੁਏਜਸ, ਕਸਟਮਸ ਐਂਡ ਟਰਡੀਸ਼ਨਸ, ਭਾਸ਼ਾ ਦਾ ਡਿਫਰੈਂਸ ਆ ਜਾਂਦਾ, ਰੀਤੀ ਰਿਵਾਜ, ਪਰੰਪਰਾਵਾਂ, ਰਾਜਨੀਤਿਕ ਪ੍ਰਣਾਲੀਆਂ, ਬਹੁਤ ਤਰ੍ਹਾਂ ਦੇ ਡਿਫਰੈਂਸਿਸ ਆ ਜਿਹੜੇ ਇੰਟਰਨੈਸ਼ਨਲ ਟਰੇਡ ਦੇ ਵਿੱਚ ਸਾਹਮਣਾ ਜਿਨ੍ਹਾਂ ਦਾ ਕਰਨਾ ਪੈਂਦਾ, ਫੇਸ ਕਰਨੇ ਪੈਂਦੇ ਆ, ਪਰ ਆਪਣੇ ਇੰਟਰਨਲ ਟਰੇਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਹ ਸੀ ਇੰਟਰਨੈਸ਼ਨਲ ਅਤੇ ਨੈਸ਼ਨਲ ਟਰੇਡ ਦਾ ਕੰਪੈਰੀਜ਼ਨ। ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।